ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇਸ ਚੈਨਲ ਕਲਿਆਣ ਸਟੱਡੀਜ਼ ਤੇ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਇੰਗਲਿਸ਼ ਗ੍ਰਾਮਰ ਦਾ ਫਸਟ ਪਾਰਟ ਸ਼ੁਰੂ ਕੀਤਾ ਹੋਇਆ ਹੈ ਨਾउन। ਉਸ ਦੀ ਡੈਫੀਨੇਸ਼ਨ ਔਰ ਟਾਈਪਸ ਆਫ ਕਾਈਨਸ ਆਪਾਂ ਕਰ ਚੁੱਕੇ ਹਾਂ ਤੇ ਉਸ ਤੋਂ ਇਲਾਵਾ ਜੋ ਨੈਕਸਟ ਪਾਰਟ ਹੈ ਉਹ ਆਪਾਂ ਅੱਜ ਕਰਾਂਗੇ। ਠੀਕ ਹੈ ਜੀ। ਹਾਂਜੀ, ਇਸ ਤੋਂ ਪਹਿਲਾਂ ਆਪਾਂ ਕਾਮਨ ਨਾउन, ਪ੍ਰੋਪਰ ਨਾउन, ਮਟੀਰੀਅਲ ਨਾउन, ਐਬਸਟਰੈਕਟ ਨਾउन ਔਰ ਕਲੈਕਟਿਵ ਨਾउन ਕਰ ਚੁੱਕੇ ਹਾਂ। ਅੱਜ ਅਸੀਂ ਕਰਾਂਗੇ ਕਾਊਂਟੇਬਲ ਨਾउन ਐਂਡ ਅਨਕਾਊਂਟੇਬਲ ਨਾउन। ਹਾਂਜੀ, ਅੱਜ ਅਸੀਂ ਕਰਾਂਗੇ ਕਾਊਂਟੇਬਲ ਐਂਡ ਅਨਕਾਊਂਟੇਬਲ ਨਾउन। ਪਹਿਲਾਂ ਆਪਾਂ ਇੱਕ ਚਾਰਟ ਰਾਹੀਂ ਦੋਨਾਂ ਦੇ ਵਿੱਚ ਡਿਫਰੈਂਸ ਸਮਝ ਲੈਂਦੇ ਹਾਂ ਕਿ ਕਿਹੜੀਆਂ ਚੀਜ਼ਾਂ ਇਹਨਾਂ ਵਿੱਚ ਮਿਲਦੀਆਂ ਨੇ ਤੇ ਕਿਹੜੀਆਂ ਚੀਜ਼ਾਂ ਨਹੀਂ ਮਿਲਦੀਆਂ। ਕਾਊਂਟੇਬਲ ਨੂੰ ਮੋਟੇ ਤੌਰ 'ਤੇ ਦੇਖਿਆ ਜਾਵੇ ਤਾਂ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਗਿਣ ਸਕਦੇ ਹਾਂ ਜਿਨ੍ਹਾਂ ਨੂੰ ਉਹਨਾਂ ਨੂੰ ਆਪਾਂ ਕਾਊਂਟੇਬਲ ਨਾउन ਦੇ ਵਿੱਚ ਲੈ ਕੇ ਆਉਂਦੇ ਹਾਂ, ਅਤੇ ਅਨਕਾਊਂਟੇਬਲ ਨਾउन ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਉਂਦੇ ਹਾਂ ਜਿਨ੍ਹਾਂ ਨੂੰ ਆਪਾਂ ਗਿਣ ਨਹੀਂ ਸਕਦੇ ਜਾਂ ਜਿਹੜੀਆਂ ਲਿਕੁਇਡ ਸ਼ੇਪ ਵਿੱਚ ਨੇ। ਠੀਕ ਹੈ ਜੀ। ਅੱਗੇ ਦੇਖੋ, ਥਿੰਗਸ ਵਿਚ ਕੈਨ ਬੀ ਕਾਊਂਟਡ ਔਰ ਡਿਵਾਈਡਡ ਇਨਟੂ ਸਿੰਗੂਲਰ ਔਰ ਪਲੂਰਲ। ਕਾਊਂਟੇਬਲ ਨਾउन ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਕਾਊਂਟ ਕਰ ਸਕਦੇ ਹਾਂ, ਡਿਵਾਈਡ ਕਰ ਸਕਦੇ ਹਾਂ, ਸਿੰਗੂਲਰ ਜਾਂ ਪਲੂਰਲ ਫਾਰਮ ਦੇ ਵਿੱਚ ਆਪਾਂ ਉਹਨਾਂ ਨੂੰ ਦੇਖ ਸਕਦੇ ਹਾਂ। ਠੀਕ ਹੈ ਜੀ। ਉਹ ਸਿੰਗੂਲਰ ਵੀ ਹੁੰਦੀਆਂ ਨੇ ਤੇ ਪਲੂਰਲ ਵੀ ਹੁੰਦੀਆਂ ਨੇ। ਅਨਕਾਊਂਟੇਬਲ ਨਾउन ਥਿੰਗਸ ਵਿਚ ਕੈਨ ਨਾਟ ਬੀ ਕਾਊਂਟਡ ਔਰ ਡਿਵਾਈਡਡ ਇਨਟੂ ਸਿੰਗੂਲਰ ਔਰ ਪਲੂਰਲ। ਉਹ ਚੀਜ਼ਾਂ ਜਿਨ੍ਹਾਂ ਨੂੰ ਕਾਊਂਟ ਨਹੀਂ ਕੀਤਾ ਜਾ ਸਕਦਾ, ਨਾ ਹੀ ਉਹਨਾਂ ਨੂੰ ਡਿਵਾਈਡ ਕੀਤਾ ਜਾ ਸਕਦਾ ਆ ਸਿੰਗੂਲਰ ਔਰ ਪਲੂਰਲ ਦੇ ਵਿੱਚ। ਠੀਕ ਹੈ ਜੀ। ਨੈਕਸਟ ਦੇਖਦੇ ਹਾਂ ਸਿੰਗੂਲਰ ਐਂਡ ਪਲੂਰਲ। ਕਾਊਂਟੇਬਲ ਨਾउन ਸਿੰਗੂਲਰ ਔਰ ਪਲੂਰਲ ਦੋਨੋਂ ਤਰ੍ਹਾਂ ਦੇ ਹੋ ਸਕਦੇ ਆ। ਅਨਕਾਊਂਟੇਬਲ ਨਾउन ਸਿੰਗੂਲਰ ਵਰਬ। ਅਨਕਾਊਂਟੇਬਲ ਨਾउन ਦੇ ਵਿੱਚ ਕੀ ਹੁੰਦਾ ਕਿ ਜਿਹੜੀ ਫਾਰਮ ਹੈ, ਜੋ ਥਿੰਗ ਹੈ, ਉਹ ਸਿਰਫ ਸਿੰਗੂਲਰ ਫਾਰਮ ਦੇ ਵਿੱਚ ਮਿਲੂਗੀ, ਆਪਾਂ ਨੂੰ ਪਲੂਰਲ ਫਾਰਮ ਦੇ ਵਿੱਚ ਨਹੀਂ ਮਿਲੂਗੀ। ਉਸੇ ਤਰ੍ਹਾਂ ਟੇਕ ਇਨਡੈਫੀਨਿਟ ਆਰਟੀਕਲਸ ਏ ਔਰ ਐਨ। ਕਾਊਂਟੇਬਲ ਨਾउन ਦੇ ਵਿੱਚ ਆਪਾਂ ਯੂਜ਼ ਕਰ ਲੈਂਦੇ ਹਾਂ ਏ ਔਰ ਐਨ। ਠੀਕ ਹੈ ਜੀ। ਜੋ ਥਿੰਗਸ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਕਾਊਂਟ ਕਰਦੇ ਹਾਂ, ਜਦੋਂ ਆਪਾਂ ਉਹਨਾਂ ਨੂੰ ਸੈਂਟੈਂਸ ਵਿੱਚ ਯੂਜ਼ ਕਰਦੇ ਹਾਂ ਤਾਂ ਉਹਦੇ ਅੱਗੇ ਏ ਔਰ ਐਨ ਯੂਜ਼ ਹੋ ਜਾਂਦਾ ਹੈ। ਜਿਵੇਂ ਐਨ ਅੰਬਰੇਲਾ, ਐਨ ਐਪਲ, ਅ ਬੁਆਏ, ਅ ਬੁੱਕ। ਠੀਕ ਹੈ ਜੀ। ਇੱਧਰ ਦੇਖੋ, ਅਨਕਾਊਂਟੇਬਲ ਨਾउन ਕੈਨ ਨਾਟ ਟੇਕ ਦਾ ਇਨਡੈਫੀਨਿਟ ਆਰਟੀਕਲ ਏ ਐਨ। ਤਾਂ ਅਨਕਾਊਂਟੇਬਲ ਨਾउन ਨੇ ਜੋ ਉਹ ਇਨਡੈਫੀਨਿਟ ਆਰਟੀਕਲ ਯੂਜ਼ ਨਹੀਂ ਕਰਦੇ, ਨਾ ਉਹਨਾਂ ਅੱਗੇ ਏ ਲੱਗਦਾ ਹੈ, ਨਾ ਉਹਨਾਂ ਅੱਗੇ ਐਨ ਯੂਜ਼ ਹੁੰਦਾ ਹੈ। ਠੀਕ ਹੈ ਜੀ। ਨੈਕਸਟ ਦੇਖਦੇ ਹਾਂ ਕੁਆਲੀਫਾਈਡ ਬਾਏ ਐਡਜੈਕਟਿਵਸ ਲਾਈਕ ਮੈਨੀ, ਫਿਊ। ਕਾਊਂਟੇਬਲ ਨਾउन ਜੋ ਹੁੰਦੇ ਆ ਉਹਨਾਂ ਦੇ ਵਿੱਚ ਆਪਾਂ ਐਡਜੈਕਟਿਵਸ ਯੂਜ਼ ਕਰਦੇ ਹਾਂ, ਪਰ ਉਹ ਐਡਜੈਕਟਿਵ ਯੂਜ਼ ਕਰਦੇ ਹਾਂ ਜਿਨ੍ਹਾਂ ਨੂੰ ਕਾਊਂਟ ਕੀਤਾ ਜਾ ਸਕਦਾ ਆ। ਠੀਕ ਹੈ। ਮਤਲਬ ਜੋ ਕੁਆਂਟਿਟੀ ਲਈ ਆਉਂਦੇ ਆ। ਠੀਕ, ਕਿ ਆਪਾਂ ਜਿਨ੍ਹਾਂ ਨੂੰ ਚੀਜ਼ਾਂ ਨੂੰ ਗਿਣ ਸਕਦੇ ਹਾਂ। ਠੀਕ ਹੈ। ਕੁਆਲੀਫਾਈਡ ਬਾਏ ਐਡਜੈਕਟਿਵਸ ਐਜ਼ ਮਚ, ਲਿਟਲ, ਸਮ। ਅਨਕਾਊਂਟੇਬਲ ਨਾउन ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਐਡਜੈਕਟਿਵਸ ਐਜ਼ ਮਚ, ਲਿਟਲ, ਸਮ ਜਾਂ ਮੈਨੀ ਅਦਰ, ਜਿਨ੍ਹਾਂ ਨੂੰ ਆਪਾਂ ਮਾਤਰਾ ਦੇ ਵਿੱਚ ਯੂਜ਼ ਕਰਦੇ ਹਾਂ। ਠੀਕ ਹੈ ਜੀ। ਹੁਣ ਆਪਾਂ ਇੱਕ ਹੋਰ ਐਗਜ਼ਾਮਪਲਸ ਦੇ ਥਰੂ ਇਹਨੂੰ ਦੇਖਦੇ ਹਾਂ ਕਿ ਕਾਊਂਟੇਬਲ ਨਾउन ਔਰ ਅਨਕਾਊਂਟੇਬਲ ਨਾउन ਅਸਲ ਵਿੱਚ ਹੈ ਕੀ। ਜੀ ਦੇਖੋ, ਕਾਊਂਟੇਬਲ ਨਾउन ਦੇ ਵਿੱਚ ਆਪਾਂ ਕੀ ਪੜ੍ਹਿਆ ਹੈ ਕਿ ਇਹ ਸਿੰਗੂਲਰ ਹੁੰਦੇ ਨੇ, ਪਲੂਰਲ ਹੁੰਦੇ ਨੇ ਤੇ ਇਹਨਾਂ ਨੂੰ ਡਿਵਾਈਡ ਕੀਤਾ ਜਾ ਸਕਦਾ ਹੈ। ਦੇਖੋ, ਸਿੰਗੂਲਰ ਫਾਰਮ ਕੀ ਹੈ, ਜਿਵੇਂ ਬੁੱਕ, ਬੁਆਏ, ਟੇਬਲ, ਚੇਅਰ, ਪੈਨ, ਹਾਊਸ, ਅੰਬਰੇਲਾ। ਕੁਛ ਐਗਜ਼ਾਮਪਲਸ ਦਿੱਤੀਆਂ ਨੇ ਮੈਂ। ਹੁਣ ਜੇ ਬੁੱਕਸ ਹੈ, ਬੁੱਕਸ ਨੂੰ ਆਪਾਂ ਕਾਊਂਟ ਕਰ ਸਕਦੇ ਹਾਂ ਨਾ। ਬੁਆਏ ਆ ਉਹਨੂੰ ਵੀ ਕਾਊਂਟ ਕਰ ਸਕਦੇ ਹਾਂ, ਟੇਬਲ ਹੈ, ਚੇਅਰ ਹੈ, ਪੈਨ ਹੈ, ਹਾਊਸ, ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਾਊਂਟ ਕਰ ਸਕਦੇ ਹਾਂ। ਅਗਰ ਇਹ ਚੀਜ਼ਾਂ ਪਲੂਰਲ ਫਾਰਮ ਦੇ ਵਿੱਚ ਆ ਜਾਂਦੀਆਂ ਨੇ, ਬੁੱਕਸ, ਬੁਆਇਜ਼, ਟੇਬਲਸ, ਚੇਅਰਸ, ਪੈਨਸ, ਹਾਊਸਸ ਜਾਂ ਅੰਬਰੇਲਾਸ, ਤਾਂ ਵੀ ਆਪਾਂ ਉਹਨਾਂ ਨੂੰ ਕਾਊਂਟ ਕਰ ਸਕਦੇ ਹਾਂ। ਠੀਕ ਹੈ ਜੀ। ਅਗਰ ਉਹਨਾਂ ਨੂੰ ਡਿਵਾਈਡ ਕਰਦੇ ਹਾਂ, ਮੰਨ ਲਓ 1 ਬੁੱਕ, 2 ਬੁਆਇਜ਼, 3 ਗਰਲਸ ਜਾਂ 3 ਪੈਨਸ, 4 ਪੈਨਸ, ਤਾਂ ਕੀ ਹੋ ਗਿਆ, ਉਹ ਤਿੰਨੋਂ ਜੋ ਫਾਰਮਸ ਹੈ ਉਹ ਕਾਊਂਟੇਬਲ ਨਾउन ਦੇ ਵਿੱਚ ਯੂਜ਼ ਹੋ ਗਈਆਂ, ਸਿੰਗੂਲਰ ਵੀ, ਪਲੂਰਲ ਵੀ ਔਰ ਡਿਵਾਈਡ ਵੀ। ਠੀਕ ਹੈ ਜੀ। ਕਾਊਂਟੇਬਲ ਨਾउन ਦੀਆਂ ਜੋ ਪਹਿਲੀ ਆਪਾਂ ਫਾਰਮ ਪੜ੍ਹੀ ਸੀ, ਐਗਜ਼ਾਮਪਲ ਪੜ੍ਹੀ ਸੀ ਉਹਦੀ, ਤਾਂ ਉਹਦੇ ਵਿੱਚ ਕੀ ਸੀਗਾ ਕਿ ਇਹ ਸਿੰਗੂਲਰ ਵੀ ਹੁੰਦੇ ਨੇ, ਪਲੂਰਲ ਵੀ ਹੁੰਦੇ ਨੇ ਤੇ ਇਹਨਾਂ ਨੂੰ ਡਿਵਾਈਡ ਵੀ ਕੀਤਾ ਜਾ ਸਕਦਾ ਆ। ਠੀਕ ਹੈ ਜੀ। ਅੱਗੇ ਦੇਖਦੇ ਆਪਾਂ ਯੂਜ਼ ਆਫ ਆਰਟੀਕਲ। ਆਪਾਂ ਨੂੰ ਕੀ ਸੀ, ਯੂਜ਼ ਆਫ ਇਨਡੈਫੀਨਿਟ ਆਰਟੀਕਲ, ਮਤਲਬ ਏ ਔਰ ਐਨ ਦਾ ਆਪਾਂ ਯੂਜ਼ ਕਰ ਸਕਦੇ ਹਾਂ। ਹੁਣ ਜਦੋਂ ਆਪਾਂ ਕੋਈ ਸੈਂਟੈਂਸ ਬੋਲਦੇ, ਆਈ ਹੈਵ ਅ ਬੁੱਕ, ਦੇਅਰ ਇਜ਼ ਅ ਬੁਆਏ
आई हैव अ पेन, ठीक है, ਇਹਦੇ ਵਿੱਚ ਕੀ ਹੈ ਏ ਐਨ ਯੂਜ਼ ਹੋਇਆ, ਠੀਕ ਹੈ। ਜਦੋਂ ਆਪਾਂ ਸੈਂਟੈਂਸ ਦੇ ਵਿੱਚ ਯੂਜ਼ ਕਰਦੇ ਆ ਤਾਂ ਆਪਾਂ ਉਹਦੇ ਅੱਗੇ ਏ ਔਰ ਐਨ ਯੂਜ਼ ਕਰ ਲੈਂਦੇ ਆ, ਠੀਕ ਹੈ ਜੀ। ਪਰ ਇਹਨਾਂ ਨੂੰ ਕਾਊਂਟ ਕੀਤਾ, ਇਸ ਗੱਲ ਦਾ ਧਿਆਨ ਰੱਖਣਾ ਕਿ ਇਹਨਾਂ ਚੀਜ਼ਾਂ ਨੂੰ ਕਾਊਂਟ ਕੀਤਾ ਜਾ ਸਕਦਾ। ਦੇਖੋ ਬੁੱਕ ਨੂੰ, ਬॉय ਨੂੰ, ਪੈਨ, ਅੰਬਰੇਲਾ, ਐਪਲ ਆ, ਇਹਨਾਂ ਚੀਜ਼ਾਂ ਨੂੰ ਕਾਊਂਟ ਕਰ ਲੈਂਦੇ ਆ ਨਾ ਆਪਾਂ, ਠੀਕ ਹੈ ਜੀ। ਨੈਕਸਟ ਕੀ ਹੈ ਕੁਆਲੀਫਾਈਡ ਬਾਏ ਐਡਜੈਕਟਿਵਸ, ਠੀਕ ਹੈ। ਮੈਨੀ ਬੁੱਕਸ, ਫਿਊ ਬॉयਜ਼, ਫਿਊ ਫਰੈਂਡਸ, ਮੈਨੀ ਪੈਨਸਲਸ। ਤਾਂ ਆਪਾਂ ਕਈ ਵਾਰ ਸੈਂਟੈਂਸ ਬੋਲਦੇ ਹਾਂ ਆਈ ਹੈਵ ਮੈਨੀ ਬੁੱਕਸ, ਆਈ ਹੈਵ ਫਿਊ ਫਰੈਂਡਸ ਇਨ ਦਾ ਟਾਊਨ, ਆਈ ਹੈਵ ਮੈਨੀ ਪੈਨਸਲਸ, ਦੇਅਰ ਆਰ ਮੈਨੀ ਬੁੱਕਸ, ਤਾਂ ਆਪਾਂ ਦੇਅਰ ਆਰ ਮੈਨੀ ਸਟੂਡੈਂਟਸ ਇਨ ਦਾ ਕਲਾਸ। ਤਾਂ ਐਵੇਂ ਦੇ ਸੈਂਟੈਂਸ ਆਪਾਂ ਯੂਜ਼ ਕਰਦੇ ਹਾਂ, ਮਤਲਬ ਕਿ ਜਿਨ੍ਹਾਂ ਚੀਜ਼ਾਂ ਨੂੰ ਆਪਾਂ ਕਾਊਂਟ ਕਰ ਸਕਦੇ ਹਾਂ ਉਹਨਾਂ ਦੇ ਅੱਗੇ ਆਪਾਂ ਉਹ ਵਾਲੇ ਐਡਜੈਕਟਿਵਸ ਯੂਜ਼ ਕਰ ਲੈਂਦੇ ਹਾਂ ਜਿਨ੍ਹਾਂ ਤੋਂ ਆਪਾਂ ਨੂੰ ਉਸ ਦੀ ਗਿਣਤੀ ਦੇ ਬਾਰੇ ਵਿੱਚ ਪਤਾ ਚੱਲਦਾ। ਮੈਨੀ ਤੋਂ ਪਤਾ ਚੱਲਦਾ ਸਾਰੇ, ਫਿਊ ਤੋਂ ਪਤਾ ਚੱਲਦਾ ਕੁਝ, ਮਤਲਬ ਜਿਨ੍ਹਾਂ ਚੀਜ਼ਾਂ ਨੂੰ ਆਪਾਂ ਕਾਊਂਟ ਕਰ ਸਕਦੇ ਹਾਂ, ਠੀਕ ਹੈ ਜੀ। ਅਨਕਾਊਂਟੇਬਲ ਨਾਊਨ, ਅਨਕਾਊਂਟੇਬਲ ਨਾਊਨ ਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਇਹ ਸਿੰਗੂਲਰ ਹੁੰਦੇ ਆ ਤੇ ਕਦੇ ਵੀ ਪਲੂਰਲ ਨਹੀਂ ਬਣਦੇ ਤੇ ਇਹਨਾਂ ਨੂੰ ਡਿਵਾਈਡ ਵੀ ਨਹੀਂ ਕੀਤਾ ਜਾ ਸਕਦਾ, ਠੀਕ ਹੈ। ਜਿਵੇਂ ਹੁਣ ਗੋਲਡ ਹੈ, ਗੋਲਡ ਨੂੰ ਆਪਾਂ ਕਾਊਂਟ ਕਰ ਸਕਦੇ ਹਾਂ, ਨਹੀਂ ਕਰ ਸਕਦੇ। ਆਪਾਂ ਕਦੇ ਨਹੀਂ ਇਹ ਲਿਖਦੇ 1 ਗੋਲਡ 2 ਗੋਲਡ 3 ਗੋਲਡ, ਹੈ ਨਾ, ਤੇ ਇਸ ਤਰ੍ਹਾਂ ਉਹ ਡਿਵਾਈਡ ਵੀ ਨਹੀਂ ਹੁੰਦੇ, ਠੀਕ ਆ, ਠੀਕ ਆ। ਤੇ ਕੀ ਹੁਣ ਦੇਖੋ ਤੁਸੀਂ, ਹੁਣ ਟੀ ਆ, ਟੀ ਨੂੰ ਆਪਾਂ ਕਦੇ ਕਾਊਂਟ ਕੀਤਾ, ਨਹੀਂ ਕੀਤਾ। ਆਪਾਂ ਜਸਟ ਇਹ ਕਹਿ ਸਕਦੇ ਕਿ ਥੋੜ੍ਹੀ ਕੌਫੀ ਜਾਂ ਬਹੁਤੀ ਕੌਫੀ ਐਂ ਕਹਿ ਸਕਦੇ ਹਾਂ, ਜਾਂ ਕੱਪ ਆਫ ਟੀ, ਠੀਕ ਹੈ। ਪਰ ਆਪਾਂ ਉਹਨੂੰ ਇਹ ਨਹੀਂ ਕਹਿੰਦੇ ਕਿ 1 ਟੀ 2 ਟੀ ਜਾਂ 3 ਟੀ, ਐਵੇਂ ਨਹੀਂ ਨਾ ਬੋਲਦੇ। ਅਤੇ ਨਾ ਹੀ ਆਪਾਂ ਉਹਨਾਂ ਨੂੰ ਕਦੇ ਟੀਜ਼ ਲਿਖਦੇ ਹਾਂ, ਹੈ ਨਾ ਗੋਲਡਸ, ਆਈ ਹੈਵ ਆ ਗੋਲਡ ਨੈਕਲਸ, ਹੈ ਨਾ। ਦੇਖੋ ਹੁਣ ਗੋਲਡਸ ਤਾਂ ਨਹੀਂ ਲਿਖਿਆ ਆਪਾਂ, ਜਾਂ ਆਈ ਹੈਵ ਗੋਲਡ ਜਵੈਲਰੀ, ਤਾਂ ਫਿਰ ਕੀ ਹੋਊਗਾ ਗਹਿਣੇ ਆ ਮੇਰੇ ਕੋਲ ਸੋਨੇ ਦੇ, ਪਰ ਆਪਾਂ ਇਹ ਨਹੀਂ ਲਿਖਦੇ ਸੋਨਿਆਂ ਦੇ ਗਹਿਣੇ, ਨਹੀਂ ਲਿਖਦੇ, ਹੈ ਨਾ। ਤਾਂ ਫਿਰ ਕੀ ਆ, ਜੋ ਇਹ ਕੀ ਹੈ, ਇਹ ਸਿੰਗੂਲਰ ਹੀ ਰਹਿ ਜਾਂਦਾ, ਇਹਨਾਂ ਦੇ ਨਾਲ ਐਸ ਜਾਂ ਈ ਐਸ ਵਗੈਰਾ ਦਾ ਯੂਜ਼ ਨਹੀਂ ਹੁੰਦਾ। ਇਹ ਪਲੂਰਲ ਫਾਰਮ ਦੇ ਵਿੱਚ ਕਦੇ ਵੀ ਨਹੀਂ ਆਉਂਦੇ, ਔਰ ਨਾ ਹੀ ਆਪਾਂ ਕਦੇ ਐਂ ਲਿਖਦੇ ਹਾਂ 1 ਗੋਲਡ 2 ਗੋਲਡ, ਜਾਂ 1 ਮਿਲਕ 2 ਮਿਲਕ, ਐਵੇਂ ਨਹੀਂ ਲਿਖਦੇ ਨਾ। ਤਾਂ ਇਸ ਕਰਕੇ ਕੀ ਆ ਕਿ ਅਨਕਾਊਂਟੇਬਲ ਦੇ ਨਾਊਨ ਦੇ ਵਿੱਚ ਆਪਾਂ ਸਿੰਗੂਲਰ ਫਾਰਮ ਰਹਿੰਦੀ ਆ ਅਤੇ ਇਹਨਾਂ ਨੂੰ ਕੈਨ ਨੋਟ ਡਿਵਾਈਡ ਨਹੀਂ ਕੀਤਾ ਜਾ ਸਕਦਾ, ਅਤੇ ਨਾ ਹੀ ਕਦੇ ਇਹ ਪਲੂਰਲ ਫਾਰਮ ਦੇ ਵਿੱਚ ਆਉਂਦੇ ਆ। ਨੈਕਸਟ ਦੇਖਦੇ ਹਾਂ, ਅਨਕਾਊਂਟੇਬਲ ਨਾउन कैन नॉट टेक इंडेफिनेट आर्टिकल्स। ये आप पढ़िया सी कि ए और एन जो है इन्ना अगे यूज नहीं हुंदा। ओ गोल्ड, मिल्क, राइस, शुगर, कॉफ़ी, टी कदे आप पढ़िया नहीं पढ़िया ना। आ कप ऑफ टी पढ़िया होगा, क्योंकि कप नूं आपां काउंट कर सकते हैं तो उहदे अगे लग गया, ठीक है। लेकिन कॉफ़ी दे अगे कदे भी नहीं लगता, ठीक है। इस करके इंडेफिनेट आर्टिकल्स है जो वो अनकाउंटेबल नाउन के अगे यूज नहीं होंगे। नैक्सट देखते हैं यूज ऑफ एडजैक्टिव्स। इत्थे देखो मैं कुछ एग्जाम्पल्स लैके आई हाँ ताकि तुहानूं क्लीयर हो जाए। यूज ऑफ एडजैक्टिव्स, किवें दे एडजैक्टिव यूज करते हैं आपां। आई हैव एनफ मनी टू लिव, मेरे कोल कुछ इन्ना क पैसा है, काफ़ी धन है कि मैं अपनी जिंदगी जिउ सकां, ठीक है। आई हैव फ्यू फ्रेंड्स इन द टाउन, डू नॉट ईट मच शुगर, कैन आई गैट सम कॉफ़ी। देखो इत्ते आपां एनफ, फ्यू, मच और सम वर्ड नूं अंडरलाइन किया होया, क्यों? क्योंकि ये एडजैक्टिव्स आ जो कि अनकाउंटेबल नाउन दे अगे आए आ। मनी की आ उहनूं आपां अनकाउंटेबल नाउन दे विच लैंदे आ, क्यों? क्योंकि ਉਹਦੀ जो मात्रा आ ਉਹ गिनती ਦੇ ਵਿੱਚ ਦੱਸਣ ਦੀ ਬਜਾਏ ਆਪਾਂ ਮਨੀਜ਼ ਕਦੇ ਨਹੀਂ ਲਿਖਦੇ ਆਪਾਂ ਉਹਨੂੰ, ਹੈ ਨਾ, ਉਹ ਸਿੰਗੂਲਰ ਹੀ ਰਹਿੰਦਾ ਇਹ ਵਰਡ। ਆਈ ਹੈਵ ਫਿਊ ਫਰੈਂਡਸ ਇਨ ਦਾ ਸਿਟੀ, ਫਿਊ वर्ड, ठीक है, एडजैक्टिव है। डू नॉट ईट मच शुगर है जो ਉਹਨੂੰ ਪਲੂਰਲ नहीं बना सकते, ਤਾਂ ਨਾ ਹੀ ਇਹਨੂੰ ਡਿਵਾਈਡ ਕਰ ਸਕਦੇ ਆ, ਇਸ ਕਰਕੇ ਇਹਦੇ ਕੀ ਲਿਖਿਆ ਹੋਇਆ ਮਚ। कैन आई गैट सम कॉफ़ी, कि मैनू कुछ कॉफ़ी मिल सकती है, ਤਾਂ ਕੀ ਹੋਇਆ ਇਹਦੇ ਮੂਰੇ 1 2 3 ਨਹੀਂ ਲਿਖਿਆ ਆਪਾਂ, ਨਾ ਕੌਫੀਜ਼ ਲਿਖਿਆ, ਸਮ ਲਿਖਿਆ, ਮਤਲਬ ਮਾਤਰਾ ਦੇ ਵਿੱਚ ਚੀਜ਼ ਨੂੰ ਦੱਸਿਆ ਗਿਆ, ਠੀਕ ਹੈ। ਹਾਂਜੀ, ਹੁਣ ਅਸੀਂ ਕਰਾਂਗੇ ਫਰੇਜ਼ ਐਜ਼ ਨਾਊਨ। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ ਫਰੇਜ਼ ਜੋ ਹੁੰਦਾ ਆ ਇਹ ਕੀ ਹੈ। ਇਹ ਅ ਸਮਾਲ ਗਰੁੱਪ ਆਫ ਵਰਡਸ, ਫਰੇਜ਼ ਕੀ ਹੈ, ਇਹ ਸੈਂਟੈਂਸ ਦੇ ਵਿੱਚ ਇੱਕ ਸਮਾਲ ਗਰੁੱਪ ਆਫ ਵਰਡਸ ਹੁੰਦਾ ਹੈ, ਠੀਕ ਹੈ ਜੀ। ਮਤਲਬ ਕਿ ਇੱਕ ਅੱਧਾ
ਸੈਂਟੈਂਸ ਹੁੰਦਾ ਆ ਜਿਹਦੀ ਕਿ ਆਪਣੇ ਆਪ ਵਿੱਚ ਕੋਈ ਸੈਂਸ ਨਹੀਂ ਬਣਦੀ ਜਿੰਨਾ ਚਿਰ ਕਿ ਆਪਾਂ ਕੰਪਲੀਟ ਸੈਂਟੈਂਸ ਨੂੰ ਨਹੀਂ ਪੜ੍ਹਦੇ ਇਹਦੇ ਨਾਲ। ਠੀਕ ਹੈ, ਸਬਜੈਕਟ ਇਹਦਾ ਕੋਈ ਨਹੀਂ ਹੁੰਦਾ। ਨੋ ਸਬਜੈਕਟ ਫਰੇਜ਼ ਦੇ ਵਿੱਚ ਜਿਹੜਾ ਫਰੇਜ਼ ਹੁੰਦਾ ਆ ਉਹਦੇ ਵਿੱਚ ਉਸ ਦਾ ਆਪਣਾ ਕੋਈ ਸਬਜੈਕਟ ਨਹੀਂ ਹੁੰਦਾ। ਨੋ ਮੀਨਿੰਗ ਯੂਜ਼ਡ ਅਲੋਨ, ਇਹਦਾ ਆਪਣੇ ਆਪ ਵਿੱਚ ਕੋਈ ਮੀਨਿੰਗ ਨਹੀਂ ਹੁੰਦਾ। ਠੀਕ ਹੈ, ਮਤਲਬ ਕਿ ਸੈਂਸ ਬਣੂਗੀ ਉਹਦੀ ਬਟ ਕੰਪਲੀਟ ਸੈਂਸ ਨਹੀਂ ਹੋਵੇਗੀ। ਐਗਜ਼ਾਮਪਲਸ ਦੇਖਦੇ ਹਾਂ। ਆਈ ਲਾਈਕ ਪਲੇਇੰਗ ਹਾਕੀ, ਆਈ ਲਾਈਕ ਪਲੇਇੰਗ ਹਾਕੀ। ਦੇਖੋ ਹੁਣ ਪਲੇਇੰਗ ਹਾਕੀ ਦੇ ਨੂੰ ਮੈਂ ਅੰਡਰਲਾਈਨ ਕੀਤਾ ਹੋਇਆ। ਪਲੇਇੰਗ ਹਾਕੀ, ਹਾਕੀ ਖੇਡਣਾ, ਇਹਦੀ ਸੈਂਸ ਬਣਦੀ ਆ ਬਟ ਕੰਪਲੀਟ ਸੈਂਸ ਨਹੀਂ ਬਣਦੀ। ਇਹਦਾ ਆਪਣਾ ਕੋਈ ਸਬਜੈਕਟ ਨਹੀਂ ਹੈ। ਜਿੰਨਾ ਚਿਰ ਕਿ ਆਪਾਂ ਫੁੱਲ ਸਬਜੈਕਟ ਨੂੰ ਫੁੱਲ ਸੈਂਟੈਂਸ ਨੂੰ ਨਹੀਂ ਪੜ੍ਹਾਂਗੇ ਉਨੀ ਦੇਰ ਤੱਕ ਇਸ ਦਾ ਆਪਦਾ ਕੋਈ ਮੀਨਿੰਗ ਨਹੀਂ ਬਣਦਾ, ਇਹਨੂੰ ਕੋਈ ਸਬਜੈਕਟ ਨਹੀਂ ਮਿਲੇਗਾ। ਠੀਕ ਹੈ, ਹੁਣ ਦੇਖੋ ਪਲੇਇੰਗ ਹਾਕੀ ਕੀ ਬਣ ਗਿਆ? ਫਰੇਜ਼, ਕਿਉਂਕਿ ਇਹਦੇ ਵਿੱਚ ਨਾ ਤਾਂ ਸਬਜੈਕਟ ਆ ਨਾ ਹੀ ਇਹਦੀ ਆਪਣੀ ਕੋਈ ਵਰਬ ਹੈ। ਠੀਕ ਹੈ ਜੀ, ਇਹ ਕੀ ਹੈ? ਜਸਟ ਪਾਰਟ ਹੈ ਸੈਂਟੈਂਸ ਦਾ, ਪੂਰੇ ਸੈਂਟੈਂਸ ਦਾ ਇੱਕ ਪਾਰਟ ਹੈ। ਸਮਾਲ ਗਰੁੱਪ ਆਫ ਵਰਡਸ ਹੈ, ਨਾ ਕਿ ਇਹ ਪੂਰਾ ਸੈਂਟੈਂਸ ਹੈ। ਹੀ ਟਰਾਈਡ ਟੂ ਵਿਨ ਦਾ ਮੈਚ, ਵਿਨ ਦਾ ਮੈਚ। ਦੇਖੋ ਹੁਣ ਇਹਦੇ ਵਿੱਚ ਸਬਜੈਕਟ ਹੈ? ਨਹੀਂ ਹੈ ਸਬਜੈਕਟ। ਵਿਨ ਦਾ ਮੈਚ, ਮੈਚ ਜਿੱਤਣਾ, ਸੈਂਸ ਬਣੀ ਬਟ ਨੋਟ ਅ ਕੰਪਲੀਟ ਸੈਂਸ। ਜਿਹੜਾ ਫਰਾਜ਼ ਹੈ ਨਾ ਉਹ ਪਾਰਟ ਆ ਸੈਂਟੈਂਸ ਦਾ, ਨਾ ਕਿ ਉਹ ਪੂਰਾ ਸੈਂਟੈਂਸ ਹੈ। ਜਸਟ ਉਹਦਾ ਰੋਲ ਹੈ ਉਸ ਸੈਂਟੈਂਸ ਨੂੰ ਕੰਪਲੀਟ ਕਰਨ ਵਿੱਚ। ਸਬਜੈਕਟ ਨਹੀਂ ਹੈ ਉਹਦਾ, ਕੰਪਲੀਟ ਸੈਂਸ ਨਹੀਂ ਹੈ। ਠੀਕ ਹੈ, ਦੇਖੋ ਹੁਣ ਵਿਨ ਦਾ ਮੈਚ, ਮੈਚ ਜਿੱਤਿਆ। ਹੁਣ ਆਪਾਂ ਪੁੱਛਾਂਗੇ ਨਾ ਕਿਸ ਨੇ ਜਿੱਤਿਆ, ਕਦੋਂ ਜਿੱਤਿਆ, ਕਿਉਂਕਿ ਜਿੰਨਾ ਚਿਰ ਆਪਾਂ ਪੂਰਾ ਸੈਂਟੈਂਸ ਨਹੀਂ ਪੜ੍ਹਦੇ ਆਪਾਂ ਨੂੰ ਉਸ ਸੈਂਟੈਂਸ ਬਾਰੇ ਪੂਰੀ ਜਾਣਕਾਰੀ ਨਹੀਂ ਮਿਲਦੀ। ਤਾਂ ਉਹ ਹਿੱਸਾ ਜਿਹਦੀ ਕੰਪਲੀਟ ਸੈਂਸ ਨਹੀਂ ਹੈ, ਕੋਈ ਸਬਜੈਕਟ ਨਹੀਂ ਹੈ ਜਿਹਦੇ ਕੋਲ, ਉਹ ਕੀ ਹੈ? ਫਰੇਜ਼। ਠੀਕ ਹੈ, ਆਈ ਡੂ ਨਾਟ ਨੋ ਹਾਊ ਟੂ ਪ੍ਰੀਪੇਅਰ ਟੀ, ਆਈ ਡੂ ਨਾਟ ਨੋ ਹਾਊ ਟੂ ਪ੍ਰੀਪੇਅਰ ਟੀ, ਹਾਊ ਟੂ ਪ੍ਰੀਪੇਅਰ ਟੀ, ਚਾਹ ਕਿਵੇਂ ਬਣਾਈਏ ਜਾਂ ਚਾਹ ਕਿਵੇਂ ਤਿਆਰ ਕਰੀਏ। ਦੇਖੋ ਹੁਣ ਫਿਰ ਨਹੀਂ ਇਹਦੀ ਕੰਪਲੀਟ ਸੈਂਸ ਬਣ ਰਹੇਗੀ ਜਿੰਨਾ ਚਿਰ ਆਪਾਂ ਫੁੱਲ ਸੈਂਟੈਂਸ ਨਹੀਂ ਬੋਲਾਂਗੇ। ਆਈ ਡੂ ਨਾਟ ਨੋ ਹਾਊ ਟੂ ਪ੍ਰੀਪੇਅਰ ਟੀ, ਮੈਨੂੰ ਨਹੀਂ ਪਤਾ ਕਿ ਚਾਹ ਕਿਵੇਂ ਤਿਆਰ ਕੀਤੀ ਜਾਵੇ ਜਾਂ ਚਾਹ ਕਿਵੇਂ ਬਣਾਈ ਜਾਵੇ, ਤਦ ਹੀ ਉਹਦਾ ਪੂਰੀ ਮੀਨਿੰਗ ਬਣੂਗਾ ਜਦੋਂ ਆਪਾਂ ਉਹਨੂੰ ਫੁੱਲ ਸੈਂਟੈਂਸ ਨੂੰ ਪੜ੍ਹ ਲੈਂਦੇ ਹਾਂ। ਹਾਊ ਟੂ ਪ੍ਰੀਪੇਅਰ ਟੀ, ਕੀ ਇਹਦੇ ਵਿੱਚ ਸਬਜੈਕਟ ਹੈ? ਨਹੀਂ ਹੈ ਸਬਜੈਕਟ, ਇਸ ਕਰਕੇ ਇਹ ਕੀ ਹੈ? ਫਰੇਜ਼। ਠੀਕ ਹੈ, ਅੱਗੇ ਆਪਾਂ ਕਰਾਂਗੇ ਕਲਾਸ ਐਜ਼ ਨਾਊਨ। ਠੀਕ ਹੈ, ਦੇਖੋ ਹੁਣ ਕਲਾਸ ਐਜ਼ ਅ ਨਾਊਨ ਦੀ ਕੀ ਮਤਲਬ ਕੀ ਹੈ? ਕਲਾਸ ਇਹ ਕੀ ਆ? ਆ ਗਰੁੱਪ ਆਫ ਵਰਡਸ, ਸੇਮ ਗਰੁੱਪ ਆਫ ਵਰਡਸ ਹੈ, ਸ਼ਬਦਾਂ ਦਾ ਇੱਕ ਗਰੁੱਪ ਹੈ ਜਿਹਦੇ ਵਿੱਚ ਕਿ ਉਹਦਾ ਸਬਜੈਕਟ ਵੀ ਹੈ, ਵਰਬ ਵੀ ਹੈ। ਫਰੇਜ਼ ਵਿੱਚ ਕੀ ਹੈ? ਉਹਦਾ ਕੋਈ ਸਬਜੈਕਟ ਨਹੀਂ ਸੀ, ਬਟ ਕਲਾਸ ਜਦੋਂ ਆਪਾਂ ਕਰਾਂਗੇ ਤਾਂ ਉਹਦੇ ਵਿੱਚ ਆਪਾਂ ਨੂੰ ਉਹਦਾ ਸਬਜੈਕਟ ਵੀ ਮਿਲੂਗਾ ਔਰ ਉਹਦੀ ਵਰਬ ਵੀ ਮਿਲੂਗੀ। ਐਂਡ ਹੈਜ਼ ਕੰਪਲੀਟ ਸੈਂਸ, ਔਰ ਉਹਦਾ ਆਪਣੇ ਆਪ ਵਿੱਚ ਇੱਕ ਪੂਰਨ ਮਤਲਬ ਵੀ ਨਿਕਲਦਾ, ਇੱਕ ਪੂਰਨ ਸੈਂਸ ਬਣਦੀ ਹੈ, ਕੰਪਲੀਟ ਸੈਂਸ ਬਣਦੀ ਹੈ। ਇਨਕੰਪਲੀਟ ਨਹੀਂ ਹੈ, ਕੰਪਲੀਟ ਹੈ। ਠੀਕ ਹੈ ਜੀ, ਐਗਜ਼ਾਮਪਲਸ ਦੇਖਦੇ ਹਾਂ। ਟੈਲ ਮੀ ਵਾਟ ਯੂ ਵਾਂਟ, ਟੈਲ ਮੀ ਵਾਟ ਯੂ ਵਾਂਟ। ਦੇਖੋ ਹੁਣ ਵਾਟ ਯੂ ਵਾਂਟ, ਤੁਸੀਂ ਕੀ ਚਾਹੁੰਦੇ ਹੋ, ਆਪਣੇ ਆਪ ਵਿੱਚ ਸੈਂਸ ਬਣਦੀ ਹੈ ਨਾ ਪੂਰੀ, ਤੁਸੀਂ ਕੀ ਚਾਹੁੰਦੇ ਹੋ। ਇੱਕ ਕੁਐਸਚਨ ਬਣ ਗਿਆ ਵਾਟ ਯੂ ਵਾਂਟ। ਦੇਖੋ ਯੂ ਸਬਜੈਕਟ ਹੈ ਇਹਦੇ ਵਿੱਚ, ਵਾਂਟ ਕੀ ਹੈ? ਵਰਬ ਹੈ। ਮਤਲਬ ਜੋ ਉਹਦੇ ਵਿੱਚ ਆਪਾਂ ਨੂੰ ਦਿੱਤਾ ਗਿਆ ਸੀ ਕਿ ਕਲਾਸ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਉਹ ਕੰਪਲੀਟ ਹੁੰਦੀਆਂ ਨੇ। ਗਰੁੱਪ ਵੀ ਹੈ, ਗਰੁੱਪ ਆਫ ਵਰਡਸ ਹੈ, ਸਬਜੈਕਟ ਵੀ ਹੈ ਇਹਦੇ ਵਿੱਚ ਪਲੱਸ ਵਰਬ ਵੀ ਹੈ, ਔਰ ਉਹਦੀ ਆਪਣੇ ਆਪ ਵਿੱਚ ਇੱਕ ਕੰਪਲੀਟ ਸੈਂਸ ਬਣਦੀ ਹੈ। ਠੀਕ ਹੈ, ਐਗਜ਼ਾਮਪਲ ਨੰਬਰ 2 ਦੇਖੋ। ਆਈ ਬਿਲੀਵਡ ਦੈਟ ਸ਼ੀ ਵਾਜ਼ ਇਨੋਸੈਂਟ, ਸ਼ੀ ਵਾਜ਼ ਇਨੋਸੈਂਟ, ਉਹ ਨਿਰਦੋਸ਼ ਸੀ। ਠੀਕ ਹੈ, ਜਾਂ ਉਹ ਭੋਲੀ ਭਾਲੀ ਸੀ। ਤਾਂ ਇਹਦਾ ਕੀ ਹੈ? ਇਹ ਆਪਣੇ ਆਪ ਵਿੱਚ ਇੱਕ ਕੰਪਲੀਟ ਸੈਂਸ ਬਣਦੀ ਹੈ ਇਸ ਸੈਂਟੈਂਸ ਦੀ। ਅਗਰ ਆਪਾਂ ਇਹ ਨਹੀਂ ਵੀ ਲਾਉਂਦੇ ਆਈ ਬਿਲੀਵਡ ਦੈਟ, ਫਿਰ ਵੀ ਜੋ ਹੈ ਸ਼ੀ ਵਾਜ਼ ਇਨੋਸੈਂਟ, ਤਾਂ ਇਹ ਆਪਣੇ ਆਪ ਵਿੱਚ ਇੱਕ ਕੰਪਲੀਟ ਸੈਂਟੈਂਸ ਹੈ। ਸ਼ੀ ਕੀ ਹੈ? ਸਬਜੈਕਟ ਹੈ, ਵਾਜ਼ ਕੀ ਹੈ? ਵਰਬ। ਮਤਲਬ ਕਿ ਕਲਾਸ ਦੀਆਂ ਜੋ ਦੋਨੋਂ ਰੂਲਸ ਨੇ ਉਹ ਆਪਾਂ ਪੂਰੀਆਂ ਕਰਦਾ ਹੈ ਸੈਂਟੈਂਸ। ਆਪਾਂ ਉਹ ਦੇਖਦੇ ਹਾਂ ਇਸ ਸੈਂਟੈਂਸ ਵਿੱਚ ਕਿ ਉਹ ਦੋਨੋਂ ਜੋ ਸ਼ਰਤਾਂ ਨੇ ਸਬਜੈਕਟ ਪਲੱਸ ਵਰਬ ਦੀਆਂ ਉਹ ਕੰਪਲੀਟ ਹੈ ਇਹਦੇ ਵਿੱਚ, ਇਸ ਕਰਕੇ ਇਹ ਕੀ ਹੈ? ਕਲਾਸ। ਠੀਕ ਹੈ ਜੀ,
थर्ड एग्जाम्पल देखो, जॉन टोल्ड मी दैट शी वॉज नॉट वैल, ही वॉज नॉट वैल, वो ठीक नहीं सी। ठीक है, वो ठीक नहीं सी, ਇਹਦੀ ਕੀ ਹੈ ਆਪਣੇ ਆਪ ਵਿੱਚ ਇੱਕ ਕੰਪਲੀਟ ਸੈਂਸ ਬਣ ਰਹੀ ਆ। ਦੇਖੋ ਇਹਦੇ ਵਿੱਚ ਸਬਜੈਕਟ ਵੀ ਹੈ, ਹੀ ਕੀ ਹੈ ਇਹਦੇ ਵਿੱਚ ਸਬਜੈਕਟ, ਔਰ ਵਾਸ ਕੀ ਹੈ ਇਹਦੇ ਵਿੱਚ ਵਰਬ। ਤਾਂ ਕੀ ਹੈ ਇਹਨੇ ਕਲਾਸ ਦੀ ਪੂਰੀ ਜੋ ਰੂਲ ਹੈ ਉਹ ਕੰਪਲੀਟ ਕੀਤਾ ਹੈ, ਔਰ ਇਹਦੀ ਆਪਣੇ ਆਪ ਵਿੱਚ ਇੱਕ ਸੈਂਸ ਬਣਦੀ ਹੈ। ਅਗਰ ਆਪਾਂ ਜੌਨ ਟੋਲਡ ਮੀ ਡੈਟ ਇਹ ਨਹੀਂ ਵੀ ਲਗਾਉਂਦੇ ਫਿਰ ਵੀ ਉਹ ਆਪਣੇ ਆਪ ਵਿੱਚ ਇੱਕ ਪੂਰੀ ਸੈਂਸ ਲੈ ਕੇ ਆ ਰਿਹਾ ਸੈਂਟੈਂਸ। ਠੀਕ ਹੈ ਜੀ। ਹੁਣ ਆਪਾਂ ਆਇਡੈਂਟੀਫਿਕੇਸ਼ਨ ਕਰਾਂਗੇ ਕਲਾਜ਼ ਔਰ ਫਰੇਜ਼ ਨੂੰ ਸਮਝਣ ਦੀ, ਤਾਂ ਕਿ ਜਦੋਂ ਆਪਾਂ ਇੱਕ ਸੈਂਟੈਂਸ ਵਿੱਚੋਂ ਕਲਾਜ਼ ਔਰ ਫਰੇਜ਼ ਨੂੰ ਅਲੱਗ-ਅਲੱਗ ਕਰਨਾ ਆ ਤਾਂ ਆਪਾਂ ਨੂੰ ਪਤਾ ਚੱਲ ਜਾਏ ਕਿ ਇਹਦੇ ਵਿੱਚੋਂ ਕੀ ਕਲਾਜ਼ ਹੈ ਔਰ ਕੀ ਫਰੇਜ਼ ਹੈ। ਦੇਖੋ, ਆਈ ਹੈਵ ਹਰਡ ਹਿਜ਼ ਸੈਡ ਸਟੋਰੀ, ਹਿਜ਼ ਸੈਡ ਸਟੋਰੀ। ਦੇਖੋ ਹਿਜ਼ ਸੈਡ ਸਟੋਰੀ, ਹਿਜ਼ ਜੋ ਹੈ ਉਹ ਹੀ ਹੈ ਸਬਜੈਕਟ ਤਾਂ ਬਣ ਸਕਦਾ ਪਰ ਉਹਦੇ ਵਿੱਚ ਵਰਬ ਨਹੀਂ ਹੈ, ਇਸ ਕਰਕੇ ਉਹ ਕੀ ਬਣ ਗਿਆ, ਉਸ ਦੀ ਦੁੱਖ ਭਰੀ ਕਹਾਣੀ। ਕਿਸ ਦੀ ਦੁੱਖ ਭਰੀ ਕਹਾਣੀ, ਕਿਹੜੀ ਕਹਾਣੀ, ਨਹੀਂ ਪਤਾ ਚੱਲਦਾ ਨਾ ਆਪਾਂ ਨੂੰ ਕਿ ਇਹਦੀ ਕੰਪਲੀਟ ਸੈਂਸ ਕੀ ਆ, ਇਸ ਕਰਕੇ ਇਹ ਕੀ ਬਣ ਗਿਆ ਫਰੇਜ਼। ਆਈ ਹੈਵ ਹਰਡ, ਮੈਂ ਸੁਣਿਆ। ਠੀਕ ਹੈ, ਆਈ ਕੀ ਹੈ ਸਬਜੈਕਟ, ਹੈਵ ਕੀ ਹੈ ਵਰਬ, ਤਾਂ ਇਸ ਕਰਕੇ ਇਹ ਕੀ ਬਣ ਗਿਆ ਕੰਪਲੀਟ ਸੈਂਸ ਬਣੀ ਹੈ ਇਹਦੇ ਵਿੱਚ, ਔਰ ਇਸ ਕਰਕੇ ਇਹ ਕੀ ਬਣ ਗਿਆ ਕਲਾਜ਼। ਸੈਕਿੰਡ ਦੇਖੋ, ਵੀ ਵਾਂਟ ਅ ਪਲੇਸ ਇਨ ਦਾ ਸਿਟੀ, ਇਨ ਦਾ ਸਿਟੀ, ਸਿਟੀ ਸ਼ਹਿਰ ਵਿੱਚ। ਦੇਖੋ ਇਹਦੇ ਵਿੱਚ ਕੋਈ ਸਬਜੈਕਟ ਨਹੀਂ ਹੈ, ਸੈਂਸ ਨਹੀਂ ਬਣ ਰਹੀ, ਇਸ ਕਰਕੇ ਇਹ ਕੀ ਆ ਫਰੇਜ਼। ਠੀਕ ਹੈ, ਵੀ ਵਾਂਟ ਅ ਪਲੇਸ, ਇਹ ਕੀ ਬਣ ਗਿਆ ਕਲਾਜ਼। ਵੀ ਕੀ ਹੈ ਸਬਜੈਕਟ ਹੈ ਔਰ ਵਾਂਟ ਕੀ ਹੈ ਵਰਬ, ਇਹ ਕੀ ਬਣ ਗਿਆ ਕਲਾਜ਼। एग्जाम्पल नंबर 3 देखो, आई सैल्यूट माई मदरलैंड, आई सैल्यूट, मैं सैल्यूट करदा हाँ। आई की है सब्जैक्ट है, सैल्यूट की है वर्ब, पिछे माई मदरलैंड मेरी मातृभूमि, ये की बन गया फ्रेज, क्योंकि ये कोई सब्जैक्ट नहीं, कंप्लीट सेंस नहीं असल में बन रही। सेंटेंस जिन्ना चਿਰ ਆਪਾਂ पूरा नहीं बोलांगे उन्ना चਿਰ इसका कोई वजूद नहीं है, कोई सेंस नहीं है, इस करके की बन गया फ्रेज। हुण नंबर 4 देखो, आई नो हिज एडमिरेशन फॉर आर्ट, आई नो मैं जानता हाँ या मैं जानती हाँ, आई की है सब्जैक्ट और नो की है वर्ब, तो ये की बन गया क्लास। एंड एडमिरेशन फॉर आर्ट, आर्ट लई प्रोत्साहन, किस आर्ट लई किस दा प्रोत्साहन आपां नूं कोई पता नहीं चलता इस गल बारे, तो ये की बन गया फ्रेज। द जज फाउंड आउट द ट्रुथ ऑफ हिज स्टेटमेंट। देखो जो आप किसी सेंटेंस नूं फुली पढ़ते हैं तो आपां नूं उस सेंटेंस की पूरी जानकारी मिल जाती है कि किस चीज़ बारे गल हो रही है, क्यों हो रही है गल। ठीक है, पर जो आप अद्धे अद्ध विच देखते हैं, देखो द जज फाउंड आउट, द जज की है सब्जैक्ट और फाउंड की है वर्ब। द जज फाउंड आउट द ट्रुथ, ठीक है, जज ने की किया सच्चाई नूं सच नूं लभ लिया। ऑफ हिज स्टेटमेंट, द ट्रुथ ऑफ हिज स्टेटमेंट, इन्ना ये वाला सेंटेंस की है ये फ्रेज है, क्यों, क्योंकि ये एक तो सब्जैक्ट नहीं है, दूसरा द ट्रुथ ऑफ हिज स्टेटमेंट। देखो हुण इहदे विच द ट्रुथ ऑफ हिज स्टेटमेंट, कौन केड़ी स्टेटमेंट, केड़ा सच नहीं पता चलता आपां नूं, तो इस करके ये की बन गया फ्रेज। हाँ जी, हुण दसो मैनूं तुहानूं ये वाला पार्ट समझ आया। उम्मीद है कि तुहानूं समझ आ गया होवेगा, और मैं जो मेहनत की आ वो मैनूं उम्मीद है पक्की कि वो सफल हुई होवेगी। तो जी मेरे नाल जुड़े रहो, लाइक करो, शेयर करो तो कमेंट करो। धन्नवाद जी तुहाडा सब दा।